ਨਿਊਜ਼ ਸਪੈਕਟਰ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਰਿਤੇਸ਼ ਲੱਖੀ। ਨਿਊਜ਼ ਸਪੈਕਟਰ ਦੀ ਇਸ ਖਾਸ ਸੀਰੀਜ਼ ਦੇ ਵਿੱਚ ਅਸੀਂ ਕਈ ਭਾਗਾਂ ਵਿੱਚ ਲੈ ਕੇ ਆਏ ਹਾਂ ਪੰਜਾਬੀ ਸੂਬਾ ਮੂਵਮੈਂਟ ਅਤੇ ਉਸ ਮੁਹਿੰਮ ਦੇ ਇਤਿਹਾਸ, ਉਸ ਦੇ ਪਿਛੋਕੜ ਬਾਰੇ ਇੱਕ ਖਾਸ ਐਨਾਲਿਸਿਸ। ਅਸੀਂ ਇਤਿਹਾਸ ਵਿੱਚ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਉਹ ਪੰਜਾਬ ਜਿਸ ਨੂੰ ਅੱਜ ਅਸੀਂ ਪੰਜਾਬ ਕਹਿੰਦੇ ਹਾਂ ਉਹ ਕਿਸ ਲੰਬੇ ਚੌੜੇ ਸੰਘਰਸ਼ ਦੇ ਦੌਰ ਵਿੱਚੋਂ ਉੱਭਰਿਆ ਹੈ, ਨਿਕਲਿਆ ਹੈ ਤੇ ਗੁਜ਼ਰਿਆ ਹੈ। ਇੱਕ ਬਹੁਤ ਵੱਡੀ ਅੱਜ ਦੀ ਮਾਡਰਨ ਪੀੜ੍ਹੀ ਹੈ, ਜਨਰੇਸ਼ਨ ਹੈ ਜਿਸ ਨੂੰ ਪੰਜਾਬੀ ਸੂਬਾ ਮੂਵਮੈਂਟ ਦੇ ਇਤਿਹਾਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਉਸ ਦੌਰ ਦੇ ਵਿੱਚ ਜਦੋਂ ਕਿ ਰੈਫਰੈਂਡਮ 2020 ਅਤੇ ਖਾਲਿਸਤਾਨ ਵਰਗੇ ਸ਼ਬਦਾਂ ਦੇ ਨਾਲ ਇੱਕ ਵੱਖਰੇ ਮਾਇਨੇ ਦਿੱਤੇ ਜਾਂਦੇ ਹੈਗੇ ਨੇ, ਪੰਜਾਬ, ਪੰਜਾਬੀਅਤ ਤੇ ਪੰਜਾਬੀਅਤ ਨੂੰ ਉਸ ਹਾਲਾਤ ਵਿੱਚ ਇਤਿਹਾਸ ਵਿੱਚ ਝਾਤ ਮਾਰ ਕੇ ਦੇਖਣਾ ਤੇ ਸਮਝਣਾ ਜ਼ਰੂਰੀ ਹੈ ਕਿ ਉਹ ਪੰਜਾਬ ਜਿਸ ਨੂੰ ਅੱਜ ਅਸੀਂ ਪੰਜਾਬ ਕਹਿੰਦੇ ਹਾਂ ਉਹ ਇੱਕ ਵੱਡੇ ਪ੍ਰਾਂਤ ਸੂਬੇ ਤੋਂ ਇੱਕ ਛੋਟੇ ਜਿਹੇ ਸੂਬੇ ਵਿੱਚ ਕਿਵੇਂ ਤਬਦੀਲ ਹੋਇਆ, ਉਸ ਲਈ ਕਿਹੜਾ ਸੰਘਰਸ਼ ਵਿੱਢਿਆ ਗਿਆ ਅਤੇ ਕੌਣ-ਕੌਣ ਉਹ ਕਿਰਦਾਰ ਸਨ ਜਿਨ੍ਹਾਂ ਦੀ ਬਦੌਲਤ ਅੱਜ ਇਹ ਪੰਜਾਬ, ਇਹ ਵਾਲਾ ਪੰਜਾਬ ਬਣ ਪਾਇਆ ਹੈ ਜਾਂ ਫਿਰ ਉਹ ਪੰਜਾਬ ਨਹੀਂ ਬਣ ਪਾਇਆ ਜਿਸ ਦੀ ਕਲਪਨਾ ਕੀਤੀ ਗਈ ਸੀ। ਪਹਿਲੇ ਹਿੱਸੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ, ਉਹ ਵੰਡ ਜਿਸ ਨੇ ਕਿ ਪੰਜਾਬ ਦੇ ਸੀਨੇ ਨੂੰ ਵੀ ਚੀਰ ਕੇ ਰੱਖ ਦਿੱਤਾ। ਸੰਤਾਪ ਇਸ ਵੰਡ ਦਾ ਸਭ ਤੋਂ ਜ਼ਿਆਦਾ ਪੰਜਾਬ ਨੇ ਆਪਣੇ ਪਿੰਡੇ ਉੱਤੇ ਹੰਡਾਇਆ, ਖੂਨ ਪੰਜਾਬ ਦਾ ਡੁੱਲਿਆ। ਲੇਕਿਨ ਸਮਝਣ ਦੀ ਗੱਲ ਹੈ ਵੀ ਪਾਕਿਸਤਾਨ ਦੇ ਵਿੱਚ ਆਲ ਇੰਡੀਆ ਮੁਸਲਿਮ ਲੀਗ ਯਾਨੀ ਕਿ ਮੁਹੰਮਦ ਅਲੀ ਜਿੰਨਾ ਸਾਹਿਬ ਵੱਲੋਂ ਜਿਹੜੀ ਪਾਕਿਸਤਾਨ ਦੇ ਮੁਲਕ ਦੀ ਕਲਪਨਾ ਜਾਂ ਉਸ ਦੀ ਮੰਗ ਸ਼ੁਰੂ ਹੋਈ ਸੀ ਉਹ 1930 ਦੇ ਦਹਾਕੇ ਵਿੱਚ ਲੇਟ 1930s ਸ਼ੁਰੂ ਹੋਈ ਸੀ। ਇਹ ਮੂਵਮੈਂਟ, ਇਹ ਮੰਗ ਵੀ ਇੱਕ ਰਿਐਕਸ਼ਨ ਸੀ ਕਿਉਂਕਿ ਭਾਰਤ ਦੇ ਵਿੱਚ ਹਿੰਦੂ ਅਤੇ ਕਾਂਗਰਸ ਤਾਕਤ ਮਜ਼ਬੂਤ ਹੋ ਰਹੀ ਸੀ। ਬਹੁਤ ਸੇ ਐਸੇ ਪ੍ਰੋਵਿੰਸਿਸ ਸਨ, ਸੂਬੇ ਸਨ ਜਿੱਥੇ ਕਿ ਮੁਸਲਿਮ ਮੈਜੋਰਿਟੀ, ਮੁਸਲਮਾਨ ਬਹੁਤਾਤ ਦੇ ਵਿੱਚ ਸਨ, ਲੇਕਿਨ ਉੱਥੇ ਵੀ ਕਾਂਗਰਸ ਦੀਆਂ ਸਰਕਾਰਾਂ ਬਣ ਗਈਆਂ। ਉਹਨਾਂ ਹਾਲਾਤਾਂ ਦੇ ਵਿੱਚ 1938 ਤੋਂ ਸ਼ੁਰੂ ਹੋਇਆ ਪਾਕਿਸਤਾਨ ਦੀ ਅਲੱਗ ਰਾਜ ਵਜੋਂ ਮੰਗ ਦਾ ਸਿਲਸਿਲਾ। 1940 ਵਿੱਚ ਲਾਹੌਰ ਰੈਜ਼ੋਲੂਸ਼ਨ ਦੇ ਵਿੱਚ ਪਹਿਲੀ ਵਾਰ ਔਪਚਾਰਿਕ ਪੱਧਰ ਤੇ ਪਾਕਿਸਤਾਨ ਦੀ ਮੰਗ ਕੀਤੀ ਗਈ ਤੇ ਇਸ ਤੋਂ ਬਾਅਦ ਸ਼ੁਰੂ ਹੋਈ ਇੱਕ ਲੰਬੀ ਚੌੜੀ ਲੜਾਈ ਜੋ ਕਿ 1947 ਦੇ ਵਿੱਚ ਪਾਕਿਸਤਾਨ ਨੂੰ ਇੱਕ ਅਲੱਗ ਇਸਲਾਮਿਕ ਮੁਲਕ ਬਣਾਉਣ ਦੇ ਵਿੱਚ ਕਾਮਯਾਬ ਰਹੀ। 1940 ਤੋਂ 1947 ਦੇ ਵਿੱਚ ਦਾ ਦੌਰ ਇੱਕ ਐਸਾ ਦੌਰ ਸੀ ਜਦੋਂ ਕਿ ਸਿੱਖਾਂ ਦੇ ਲਈ, ਪੰਜਾਬੀਆਂ ਦੇ ਲਈ ਬਹੁਤ ਵੱਡੀਆਂ ਚੁਣੌਤੀਆਂ ਦਰਪੇਸ਼ ਸਨ। ਇੱਕ ਪਾਸੇ ਮੁਹੰਮਦ ਅਲੀ ਜਿੰਨਾ ਸਿੱਖਾਂ ਨੂੰ ਆਪਣੇ ਨਾਲ ਸ਼ਾਮਲ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਆਫਰ ਦਿੱਤੀ ਗਈ ਕਿ ਤੁਸੀਂ ਪਾਕਿਸਤਾਨ ਵਿੱਚ ਜੇ ਸ਼ਾਮਲ ਹੁੰਦੇ ਹੋ ਉਸ ਹਾਲਾਤ ਦੇ ਵਿੱਚ ਤੁਹਾਨੂੰ ਇੱਕ ਸਬ ਨੇਸ਼ਨ ਦਾ ਦਰਜਾ ਦਿੱਤਾ ਜਾਏਗਾ। ਸਿੱਖਾਂ ਦੇ ਅਤੇ ਅਕਾਲੀਆਂ ਦੇ ਉਸ ਵਕਤ ਸਭ ਤੋਂ ਵੱਡੇ ਕਿਰਦਾਰ, ਵੱਡੇ ਆਗੂ ਸਨ ਮਾਸਟਰ ਤਾਰਾ ਸਿੰਘ। ਮਾਸਟਰ ਤਾਰਾ ਸਿੰਘ ਰਾਵਲਪਿੰਡੀ ਵਿੱਚ ਪੈਦਾ ਹੋਏ ਸਨ ਤੇ ਉਹਨਾਂ ਨੇ ਆਪਣੀ ਸਿੱਖਿਆ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ। ਅਕਾਲੀਆਂ ਦੇ ਵਿੱਚ, SGPC ਦੇ ਵਿੱਚ ਉਹਨਾਂ ਦਾ ਅੱਛਾ ਖਾਸਾ ਰਸੂਖ ਦਬਦਬਾ ਸੀ ਤੇ ਸਿੱਖਾਂ ਦੇ ਇਕਲੌਤੇ ਲੀਡਰ ਦੇ ਰੂਪ ਵਿੱਚ ਉਹ ਅਨਚੈਲੰਜਡ ਸਨ। ਮਾਸਟਰ ਤਾਰਾ ਸਿੰਘ ਮੁਹੰਮਦ ਅਲੀ ਜਿੰਨਾ ਦੀ ਗੱਲਬਾਤ ਨਹੀਂ ਮੰਨੇ। ਮੁਹੰਮਦ ਅਲੀ ਜਿੰਨਾ ਤੋਂ ਮਾਸਟਰ ਤਾਰਾ ਸਿੰਘ ਨੇ ਇਹ ਵੀ ਪੁੱਛਿਆ ਵੀ ਜੇ ਸਿੱਖ ਪਾਕਿਸਤਾਨ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਤਾਂ ਕੀ ਕਿਸੇ ਸਮੇਂ ਉਹ ਪਾਕਿਸਤਾਨ ਤੋਂ ਵੱਖ ਹੋ ਸਕਣਗੇ? ਇਸ ਦਾ ਜਵਾਬ ਮੁਹੰਮਦ ਅਲੀ ਜਿੰਨਾ ਨੇ ਨਾ ਦੇ ਵਿੱਚ ਦਿੱਤਾ। ਇਸ ਸਥਿਤੀ ਦੇ ਵਿੱਚ ਮਾਸਟਰ ਤਾਰਾ ਸਿੰਘ ਸਪਸ਼ਟ ਤੌਰ ਤੇ ਮਨ ਬਣਾ ਚੁੱਕੇ ਸਨ ਵੀ ਪਾਕਿਸਤਾਨ ਦੇ ਨਾਲ ਜਾਣ ਦਾ ਕੋਈ ਮਤਲਬ ਨਹੀਂ। ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇ ਮਾਸਟਰ ਤਾਰਾ ਸਿੰਘ ਨਾ ਹੁੰਦੇ ਤਾਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਕਿੱਥੇ ਹੁੰਦੀ? ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਜੇ ਮਾਸਟਰ ਤਾਰਾ ਸਿੰਘ ਨਾ ਹੁੰਦੇ ਤਾਂ ਪਾਕਿਸਤਾਨ ਅਤੇ ਭਾਰਤ ਦੀ ਸਰਹੱਦ ਗੁੜਗਾਉਂ ਤੇ ਜਾ ਕੇ ਖਤਮ ਹੋਣੀ ਸੀ। ਭਾਰਤ ਦੀ ਵੰਡ ਦੇ ਵਕਤ ਸਿੱਖਾਂ ਦੀ ਆਬਾਦੀ ਤਕਰੀਬਨ 80 ਲੱਖ ਦੇ ਆਸ-ਪਾਸ ਦੱਸੀ ਜਾਂਦੀ ਹੈ। ਇਸ ਵਿੱਚੋਂ ਇੱਕ ਸਾਈਜ਼ੇਬਲ ਪ੍ਰਪੋਰਸ਼ਨ ਪਾਕਿਸਤਾਨ ਦੇ ਵਿੱਚ ਸੀ ਅਤੇ ਭਾਰਤ ਦੇ ਵਿੱਚ ਸੀ। ਜੇ ਮਾਸਟਰ ਤਾਰਾ ਸਿੰਘ ਪਾਕਿਸਤਾਨ ਦੇ ਨਾਲ ਜਾਣ ਦਾ ਫੈਸਲਾ ਲੈ ਲੈਂਦੇ ਉਸ ਹਾਲਾਤ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸੀਮਾ ਗੁੜਗਾਉਂ ਜਾ ਕੇ ਮੁੱਕਣੀ ਸੀ। ਮੁਹੰਮਦ ਅਲੀ ਜਿੰਨਾ ਦੀ ਗੱਲ ਨਾ ਸੁਣਨ ਅਤੇ ਪਾਕਿਸਤਾਨ ਦੇ ਇੱਕ ਵੱਖਰੇ ਮੁਲਕ ਦੀ ਮੁਖਾਲਫਤ ਕਰਨ ਦਾ ਖਮਿਆਜ਼ਾ ਵੀ ਸਿੱਖਾਂ ਨੂੰ ਭੁਗਤਣਾ ਪਿਆ। 1946 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਦੰਗੇ ਭੜਕੇ ਜਿਸ ਵਿੱਚ ਇੱਕ ਪਾਸੇ ਮੁਸਲਮਾਨ ਸਨ ਤੇ ਦੂਸਰੇ ਪਾਸੇ ਸਿੱਖ ਅਤੇ ਹਿੰਦੂ ਇਕੱਠੇ। ਇਹਨਾਂ ਹਾਲਾਤਾਂ ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਦਾ ਤਾਂ ਮਨ ਪਹਿਲਾਂ ਹੀ ਬਣਾ ਲਿਆ ਸੀ, ਲੇਕਿਨ ਇਸ ਦੇ ਨਾਲ ਇਹ ਵੀ ਤੈਅ ਹੋ ਗਿਆ ਵੀ ਹੁਣ ਅੰਤਰਰਾਸ਼ਟਰੀ ਬਾਰਡਰ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਕੀ ਹੋਏਗਾ, ਯਾਨੀ ਕਿ ਅੱਜ ਦਾ ਮੌਜੂਦਾ ਬਾਰਡਰ। ਇਹ ਤਾਂ ਕਹਾਣੀ ਹੋਈ ਭਾਰਤ ਅਤੇ ਪਾਕਿਸਤਾਨ ਦੀ ਵੰਡ ਦੀ ਤੇ ਇਸ ਤੋਂ ਇਹ ਵੀ ਸਾਫ਼ ਹੋ ਗਿਆ ਕਿ ਜੇ
ਸਿੱਖ ਯਾਨੀ ਕਿ ਉਸ ਵਕਤ ਦੇ ਅਕਾਲੀ ਪਾਕਿਸਤਾਨ ਦੇ ਨਾਲ ਸ਼ਾਮਲ ਹੁੰਦੇ ਤਾਂ ਇੰਟਰਨੈਸ਼ਨਲ ਬਾਰਡਰ ਕੋਈ ਹੋਰ ਹੋਣਾ ਸੀ। ਇਹ ਵੀ ਸਪਸ਼ਟ ਹੋ ਗਿਆ ਕਿ ਸਿੱਖਾਂ ਅਤੇ ਅਕਾਲੀਆਂ ਨੇ ਭਾਰਤ ਦੇ ਨਾਲ ਰਹਿਣ ਦਾ ਮਨ ਬਣਾਇਆ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਹੋਣਾ ਵੱਲੋਂ ਕਈ ਕਿਸਮ ਦੇ ਵਾਅਦੇ ਸਿੱਖਾਂ ਦੇ ਨਾਲ ਕੀਤੇ ਗਏ। ਮਾਸਟਰ ਤਾਰਾ ਸਿੰਘ ਨੂੰ ਕਈ ਕਿਸਮ ਦੇ ਸਬਜ਼ ਬਾਗ ਵੀ ਦਿਖਾਏ ਗਏ। ਹਾਲਾਂਕਿ ਇਹ ਵੀ ਤੈਅ ਹੈ ਕਿ ਆਜ਼ਾਦੀ ਤੋਂ ਪਹਿਲਾਂ, ਵੰਡ ਤੋਂ ਪਹਿਲਾਂ ਐਸੀ ਕੋਈ ਵੀ ਔਪਚਾਰਿਕ ਮੰਗ ਕਦੇ ਵੀ ਕਿਸੇ ਵੀ ਸਿੱਖ ਜਾਂ ਅਕਾਲੀ ਨੇ ਨਹੀਂ ਸੀ ਕੀਤੀ। ਲੇਕਿਨ ਇਹ ਤੈਅ ਸੀ ਵੀ ਭਾਰਤ ਦੇ ਵਿੱਚ ਪੰਜਾਬੀ ਬੋਲਦਾ ਸੂਬਾ ਆਪਣੇ ਆਪ ਵਿੱਚ ਜ਼ਿਆਦਾ ਆਟੋਨੋਮੀ ਦੇ ਨਾਲ, ਜ਼ਿਆਦਾ ਖੁਦਮੁਖਤਿਆਰੀ ਦੇ ਨਾਲ ਬਣ ਸਕੇਗਾ। ਇਸ ਤਰੀਕੇ ਦੀਆਂ ਐਸ਼ੋਰੈਂਸਿਸ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਜ਼ਰੂਰ ਦਿੱਤੀਆਂ ਸਨ, ਜਿਨ੍ਹਾਂ ਉੱਤੇ ਬਾਅਦ ਦੇ ਵਿੱਚ ਉਹਨਾਂ ਨੇ ਫੁੱਲ ਨਹੀਂ ਚੜਾਏ, ਯਾਨੀ ਕਿ ਆਪਣੇ ਵਾਅਦੇ ਤੋਂ ਪੰਡਿਤ ਜਵਾਹਰ ਲਾਲ ਨਹਿਰੂ ਮੁੱਕਰ ਗਏ। 1947 ਨੂੰ ਭਾਰਤ ਆਜ਼ਾਦ ਹੁੰਦਾ ਹੈ। ਪਾਕਿਸਤਾਨ ਵੀ ਇੱਕ ਵੱਖਰਾ ਮੁਲਕ ਬਣ ਚੁੱਕਾ ਹੁੰਦਾ ਹੈ। ਬਾਰਡਰ ਪੰਜਾਬ ਦੇ ਉੱਤੇ ਹੁੰਦਾ ਹੈ। ਹੁਣ ਇੱਕ ਪੰਜਾਬੀ ਬੋਲਦੇ ਸੂਬੇ ਦੀ ਮੰਗ ਜਾਂ ਗੱਲਬਾਤ, ਜਿਸ ਨੂੰ ਅਜੇ ਤੱਕ ਕੋਈ ਵੀ ਔਪਚਾਰਿਕ ਜਾਂ ਵਿਧਾਨਿਕ ਕਿਰਦਾਰ ਨਹੀਂ ਸੀ ਦਿੱਤਾ ਗਿਆ, ਉਹ ਸੁਖਬੁਗਾਣੀ ਸ਼ੁਰੂ ਹੁੰਦੀ ਹੈ। 1949 ਦੇ ਵਿੱਚ ਭੀਮ ਸੈਨ ਸੱਚਰ ਦਾ ਸੱਚਰ ਫਾਰਮੂਲਾ, ਜਿਸ ਵਿੱਚ ਪੰਜਾਬ ਦੇ ਵਿੱਚ ਪੜ੍ਹਾਈ ਦਾ ਮਾਧਿਅਮ ਯਾਨੀ ਕਿ ਮੀਡੀਅਮ ਆਫ ਇੰਸਟਰਕਸ਼ਨ ਪੰਜਾਬੀ ਨੂੰ ਬਤੌਰ ਇੱਕ ਭਾਸ਼ਾ, ਪ੍ਰਮੁੱਖ ਭਾਸ਼ਾ ਦੇ ਤੌਰ ਤੇ ਸ਼ਾਮਲ ਕੀਤੇ ਜਾਣ ਦੀ ਗੱਲਬਾਤ ਹੁੰਦੀ ਹੈ। ਲੇਕਿਨ ਇਹ ਫਾਰਮੂਲਾ ਜਿੱਥੇ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕਿਆਂ ਦੇ ਵਿੱਚ ਪਹਿਲੀ ਲੈਂਗੁਏਜ ਦਾ ਦਰਜਾ ਦੇਣ ਦੀ ਗੱਲ ਕਰਦਾ ਹੈ, ਉੱਥੇ ਹੀ ਹਿੰਦੀ ਬੋਲਦੇ ਇਲਾਕਿਆਂ ਦੇ ਵਿੱਚ ਹਿੰਦੀ ਨੂੰ ਵੀ ਮੀਡੀਅਮ ਆਫ ਇੰਸਟਰਕਸ਼ਨ ਦੇ ਤੌਰ ਤੇ ਲਾਗੂ ਕਰਨ ਦੀ ਗੱਲ ਕਰਦਾ ਹੈ। ਸੱਚਰ ਫਾਰਮੂਲੇ ਦੀ ਘੋਰ ਵਿਰੋਧਤਾ ਸ਼ੁਰੂ ਹੋ ਜਾਂਦੀ ਹੈ, ਜਿਸ ਨੂੰ ਕਿ ਆਰਿਆ ਸਮਾਜ, ਜਨ ਸੰਘ ਅਤੇ ਹਿੰਦੂ ਮਹਾਸਭਾ ਲੀਡ ਕਰਦੇ ਨੇ। ਇਸ ਦੇ ਨਾਲ ਹੀ ਅਕਾਲੀ ਦਲ ਵੀ ਇਸ ਗੱਲ ਨੂੰ ਲੈ ਕੇ ਆਪਣੀ ਸਥਿਤੀ ਨੂੰ ਹੁਣ ਸਪਸ਼ਟ ਸਮਝ ਚੁੱਕਾ ਹੁੰਦਾ ਹੈ ਕਿ ਮੰਗ ਜੇ ਹੋਏਗੀ ਤਾਂ ਪੰਜਾਬੀ ਬੋਲਦੇ ਸੂਬੇ ਯਾਨੀ ਕਿ ਪੰਜਾਬ ਦੀ ਹੋਏਗੀ। ਇਸੇ ਦੇ ਨਤੀਜੇ ਵਜੋਂ 1950 ਦੇ ਵਿੱਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਰੈਜ਼ੋਲੂਸ਼ਨ ਲੈ ਕੇ ਆਂਦੀ ਹੈ, ਜਿਸ ਵਿੱਚ ਕਿ ਪੰਜਾਬੀ ਬੋਲਦੇ ਸੂਬੇ ਦੀ ਮੰਗ ਨੂੰ ਮੁੱਖ ਰੱਖ ਕੇ ਅਕਾਲੀ ਦਲ ਅੱਗੇ ਤੁਰਨਾ ਸ਼ੁਰੂ ਹੁੰਦਾ ਹੈ। ਯਾਨੀ ਕਿ 1950 ਦਾ ਉਹ ਸਾਲ ਅਕਾਲੀ ਦਲ ਦਾ ਉਹ ਮਤਾ, ਜਿਸ ਵਿੱਚ ਕਿ ਪੰਜਾਬੀ ਬੋਲਦੇ ਸੂਬੇ ਦੀ ਪਹਿਲੀ ਵਾਰ ਔਪਚਾਰਿਕ ਤੇ ਅਧਿਕਾਰਤ ਤੌਰ ਤੇ ਉਹ ਮੰਗ ਕੀਤੀ ਗਈ, ਜਿਸ ਨੂੰ ਕਿ ਗੱਲਾਂ ਬਾਤਾਂ ਤੇ ਵਾਅਦਿਆਂ ਦੀ ਸ਼ਕਲਾਂ ਹੀ ਹਜੇ ਤੱਕ ਦਿੱਤੀਆਂ ਗਈਆਂ ਸਨ। ਲੇਕਿਨ ਇਹ ਪਹਿਲਾ ਮੌਕਾ ਸੀ ਜਦੋਂ ਕਾਗਜ਼ਾਂ ਦੇ ਉੱਤੇ ਪੰਜਾਬੀ ਸੂਬੇ ਦੀ ਮੰਗ ਆ ਚੁੱਕੀ ਸੀ। ਦੂਜੇ ਪਾਸੇ ਆਰਿਆ ਸਮਾਜ, ਜਨਸੰਘ ਅਤੇ ਹਿੰਦੂ ਮਹਾਸਭਾ ਵੱਲੋਂ ਹਿੰਦੀ ਬੋਲਦੇ ਇਲਾਕਿਆਂ ਲਈ ਵੀ ਸੰਘਰਸ਼ ਤੇਜ਼ ਹੁੰਦਾ ਜਾ ਰਿਹਾ ਸੀ। ਪੰਜਾਬੀ ਸੂਬੇ ਲਈ ਸੰਘਰਸ਼ ਦੇ ਇਸ ਦੌਰ ਦੇ ਵਿੱਚ ਇੱਕ ਅਹਿਮ ਕੜੀ ਸੀ 1951 ਦੀ ਮਰਦਮਸ਼ੁਮਾਰੀ, ਯਾਨੀ ਕਿ 1951 ਦਾ ਸੈਂਸਸ। ਪੰਜਾਬ ਦੇ ਹਿੰਦੂਆਂ ਯਾਨੀ ਕਿ ਪੰਜਾਬੀ ਹਿੰਦੂਆਂ ਨੂੰ ਜਨਸੰਘ, ਆਰਿਆ ਸਮਾਜ ਅਤੇ ਹਿੰਦੂ ਮਹਾਸਭਾ ਦੇ ਇਨਫਲੂਐਂਸ ਹੇਠ ਇਸ ਗੱਲ ਬਾਤ ਲਈ ਉਕਸਾਇਆ ਗਿਆ ਕਿ ਉਹ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ। 1951 ਦੀ ਮਰਦਮਸ਼ੁਮਾਰੀ ਯਾਨੀ ਕਿ ਸੈਂਸਸ ਦੇ ਵਿੱਚ ਪੰਜਾਬੀਆਂ ਵੱਲੋਂ, ਪੰਜਾਬੀ ਹਿੰਦੂਆਂ ਵੱਲੋਂ ਆਪਣੀ ਮਾਂ ਬੋਲੀ ਨੂੰ ਪੰਜਾਬੀ ਦੀ ਥਾਂ ਹਿੰਦੀ ਲਿਖਵਾਉਣ ਉੱਤੇ ਉੱਠੇ ਕੜੇ ਇਤਰਾਜ਼ਾਂ ਤੋਂ ਬਾਅਦ ਲੈਂਗੁਏਜ ਯਾਨੀ ਕਿ ਭਾਸ਼ਾ ਦੇ ਕਾਲਮ ਨੂੰ ਹੀ ਡਿਲੀਟ ਕੀਤਾ ਜਾਂਦਾ ਹੈ, ਉਸ ਵਕਤ ਜਦੋਂ ਕਿ ਇਸ ਦਾ ਕਾਫੀ ਵਿਰੋਧ ਹੁੰਦਾ ਹੈ, ਗਤਿਰੋਧ ਹੁੰਦਾ ਹੈ। ਇਹ ਉਹ ਦੌਰ ਵੀ ਸੀ ਜਦੋਂ ਕਿ ਦੇਸ਼ ਦੇ ਕਈ ਹੋਰ ਸੂਬਿਆਂ ਦੇ ਵਿੱਚ ਭਾਸ਼ਾ ਅਤੇ ਬੋਲੀ ਦੇ ਆਧਾਰ ਤੇ ਅਲੱਗ-ਅਲੱਗ ਸੂਬਿਆਂ ਨੂੰ ਬਣਾਏ ਜਾਣ ਦੀ ਮੰਗਾਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਸਨ। ਮਦਰਾਸ ਪ੍ਰੋਵਿੰਸ ਦੇ ਵਿੱਚੋਂ ਆਂਧਰਾ ਪ੍ਰਦੇਸ਼, ਤੇਲੰਗਾਨਾ ਬੋਲੀ ਉੱਤੇ ਆਧਾਰਿਤ ਸੂਬਾ ਕ੍ਰੀਏਟ ਕਰਨ ਦੀ ਮੰਗ ਸਿਖਰਾਂ ਤੇ ਪਹੁੰਚ ਚੁੱਕੀ ਸੀ। 1952 ਦੇ ਵਿੱਚ ਪੋਟੀ ਸ੍ਰੀ ਰਾਮਾਲੂ ਨਾਂ ਦੇ ਇੱਕ ਉੱਘੇ ਆਗੂ ਨੇ ਇਸ ਮੁੱਦੇ ਉੱਤੇ ਆਪਣੀ ਜਾਨ ਦੇ ਦਿੱਤੀ। ਦੇਸ਼ ਦੇ ਇਤਿਹਾਸ ਵਿੱਚ ਭਾਸ਼ਾਵਾਂ ਅਤੇ ਬੋਲੀਆਂ ਉੱਤੇ ਆਧਾਰਿਤ ਸੂਬਿਆਂ ਦੀ ਰੀਆਰਗੇਨਾਈਜੇਸ਼ਨ ਦੇ ਪੱਖੋਂ ਇਹ ਇੱਕ ਨਿਰਣਾਇਕ ਮੋੜ ਸੀ। ਇਸ ਮੋੜ ਤੋਂ ਬਾਅਦ 1953 ਵਿੱਚ ਭਾਰਤ ਸਰਕਾਰ ਵੱਲੋਂ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਦੀ ਸਥਾਪਨਾ ਕਰ ਦਿੱਤੀ ਗਈ। ਹੁਣ ਪੰਜਾਬ ਵਿੱਚ ਕਵਾਇਦ ਸ਼ੁਰੂ ਹੋਈ, ਕੋਸ਼ਿਸ਼ਾਂ ਸ਼ੁਰੂ ਹੋਈਆਂ ਵੀ ਇਸ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ ਜਾਏ। ਅਕਾਲੀ ਦਲ 1947 ਤੋਂ ਪਹਿਲਾਂ ਦੇ ਮੌਜੂਦ ਮਰਦਮਸ਼ੁਮਾਰੀ ਦੇ ਅੰਕੜਿਆਂ ਨੂੰ ਆਧਾਰ ਬਣਾ ਕੇ ਸੂਬੇ ਦੀ ਰੀਆਰਗੇਨਾਈਜੇਸ਼ਨ ਕਰਵਾਉਣਾ ਚਾਹੁੰਦਾ ਸੀ। ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਦੇ ਸਾਹਮਣੇ ਹਿੰਦੂ ਮਹਾਸਭਾ, ਜਨਸੰਘ ਅਤੇ ਆਰਿਆ ਸਮਾਜ ਦੀ ਮੰਗ ਇਹ ਵੀ ਸੀ ਵੀ ਪੰਜਾਬ ਨੂੰ ਇੱਕ ਮਹਾ ਪੰਜਾਬ ਦੀ ਸ਼ਕਲ ਦਿੱਤੀ ਜਾਵੇ, ਜਿਸ ਵਿੱਚ ਕਿ ਪੰਜਾਬ ਤੇ ਹਿੰਦੀ ਬੋਲਦੇ ਇਲਾਕਿਆਂ ਤੋਂ ਇਲਾਵਾ ਪੈਪਸੂ ਦੇ ਉਹ ਸਾਰੇ ਪ੍ਰਿੰਸਲੀ ਸਟੇਟਸ ਰਹਿਣ, ਯਾਨੀ ਕਿ ਉਹ ਰਿਆਸਤੀ ਸੂਬੇ ਰਹਿਣ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵੀ ਕਈ ਜ਼ਿਲ੍ਹੇ ਸ਼ਾਮਲ ਕੀਤੇ ਜਾਣ। ਇੱਕ ਐਸਾ ਮਹਾ ਪੰਜਾਬ ਬਣੇ ਜਿਸ ਵਿੱਚ ਕਿ ਬਹੁਤ ਸੇ ਲੋਕ ਹਿੰਦੀ ਹੋਣ, ਹਿੰਦੀ ਭਾਸ਼ੀ ਹੋਣ। ਅਕਾਲੀ ਦਲ ਇਸ ਦਾ ਘੋਰ ਵਿਰੋਧੀ ਰਿਹਾ ਹੈ।
ਲੇਕਿਨ ਇਸ ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਜੋ ਕਿ ਦਸੰਬਰ 1953 ਵਿੱਚ ਬਣਿਆ ਸੀ, ਉਸਨੇ ਆਪਣੀ ਰਿਪੋਰਟ ਸਤੰਬਰ 1955 ਵਿੱਚ ਦਾਖਲ ਕਰਤੀ। ਪੰਜਾਬੀ ਸੂਬੇ ਯਾਨੀ ਕਿ ਪੰਜਾਬੀ ਬੋਲੀ ਉੱਤੇ ਆਧਾਰਿਤ ਸੂਬੇ ਦੀ ਮੰਗ ਨੂੰ ਖਾਰਜ ਕਰਤਾ ਗਿਆ। ਇਸ ਕਮਿਸ਼ਨ ਵੱਲੋਂ ਮਹਾਪੰਜਾਬ ਦੀ ਤਰਜ਼ ਉੱਤੇ ਇੱਕ ਐਸੇ ਪੰਜਾਬ ਦੀ ਕਲਪਨਾ ਵੀ ਕੀਤੀ ਗਈ ਜਿਸ ਵਿੱਚ ਕਿ यूपी ਤੇ ਹਿਮਾਚਲ ਦੇ ਇਲਾਕੇ ਤਾਂ ਛੱਡਤੇ ਗਏ, ਲੇਕਿਨ ਹਿੰਦੀ ਬੋਲਦੇ ਇੱਕ ਬਹੁਤ ਵੱਡੇ ਹਿੱਸੇ ਨੂੰ ਇਸ ਦਾ ਹਿੱਸਾ ਬਣਾ ਲਿਆ ਗਿਆ। ਯਾਨੀ ਕਿ ਉਹ ਮਹਾਪੰਜਾਬ ਜਿਸ ਵਿੱਚ ਕਿ ਜਨਸੰਖਿਆ ਦਾ ਇੱਕ ਐਸਾ ਅਨੁਪਾਤ ਸੀ ਜਿਸ ਵਿੱਚ ਕਿ ਪੰਜਾਬੀ ਅਤੇ ਸਿੱਖ ਮਾਈਨੋਰਿਟੀ ਦੇ ਵਿੱਚ ਸਨ ਅਤੇ ਹਿੰਦੂ ਅਤੇ ਹਿੰਦੀ ਬੋਲਦੇ ਲੋਕ ਮੈਜੋਰਿਟੀ ਦੇ ਵਿੱਚ। ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ ਨੇ 1955 ਦੇ ਵਿੱਚ ਜਿਹੜੀ ਆਪਣੀ ਰਿਪੋਰਟ ਦਿੱਤੀ, ਉਸ ਵਿੱਚ ਇੱਕ ਐਸਾ ਪੰਜਾਬ ਸੀ ਜਿਸ ਵਿੱਚ ਕਿ ਬੇਸ਼ੱਕ ਹੀ यूपी ਦੇ ਹਿਮਾਚਲ ਪ੍ਰਦੇਸ਼ ਦੇ ਬਹੁਤ ਸੇ ਇਲਾਕੇ ਨਹੀਂ ਸਨ, ਲੇਕਿਨ ਉਸ ਵਿੱਚ ਇੱਕ ਜਨਸੰਖਿਆ ਦਾ ਅਨੁਪਾਤ ਵਿਗੜ ਚੁੱਕਾ ਸੀ। ਪੰਜਾਬ ਦੇ ਪੱਖੋਂ, ਸਿੱਖਾਂ ਦੇ ਪੱਖੋਂ ਪੰਜਾਬ ਦੇ ਵਿੱਚ ਹੀ ਪੰਜਾਬੀ ਅਤੇ ਸਿੱਖ ਮਾਈਨੋਰਿਟੀ ਦੇ ਵਿੱਚ ਆਉਂਦੇ ਜਾ ਰਹੇ ਸਨ। ਅਕਾਲੀ ਦਲ ਮਾਸਟਰ ਤਾਰਾ ਸਿੰਘ ਨੇ 1955 ਦੀ ਇਸ ਕਮਿਸ਼ਨ ਦੀ ਰਿਪੋਰਟ ਨੂੰ ਖਾਰਿਜ ਕਰਤਾ, ਰਿਜੈਕਟ ਕਰਤਾ। ਅਕਤੂਬਰ 1955 ਦਾ ਉਹ ਮਹੀਨਾ ਜਿਸ ਵਿੱਚ ਕਿ ਕਾਫੀ ਵੱਡੇ ਪੱਧਰ ਤੇ ਜਦੋਜਹਿਦ ਸ਼ੁਰੂ ਕਰਤੀ ਗਈ। ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਗਿਆਨ ਸਿੰਘ ਰਾੜੇਵਾਲਾ, ਪ੍ਰੋਫੈਸਰ ਜੋਤ ਸਿੰਘ ਅਤੇ ਕਈ ਹੋਰ ਅਕਾਲੀ ਲੀਡਰ ਪੰਡਿਤ ਨਹਿਰੂ ਨਾਲ ਮਿਲੇ, ਲੇਕਿਨ ਲਗਾਤਾਰ ਉਹਨਾਂ ਦੀਆਂ ਮੁਲਾਕਾਤਾਂ ਬੇਸਿੱਟਾ ਨਿਕਲੀਆਂ। ਇਸ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ ਨੇ ਦਸੰਬਰ 1955 ਦੇ ਵਿੱਚ ਆਪਣਾ ਇੱਕ ਅਧਿਵੇਸ਼ਨ ਅੰਮ੍ਰਿਤਸਰ ਵਿੱਚ ਬੁਲਾਇਆ। ਅਕਾਲੀ ਦਲ ਨੇ ਵੀ ਆਪਣੀ ਇੱਕ ਪੈਰਲਲ ਕਾਨਫਰੰਸ ਅੰਮ੍ਰਿਤਸਰ ਵਿੱਚ ਉਸ ਵਕਤ ਹੀ ਰੱਖ ਲਈ। ਇਸ ਦੇ ਨਾਲ ਹੀ ਹਿੰਦੂ ਮਹਾਸਭਾ ਨੇ ਵੀ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਰੂਪ ਵਿੱਚ ਇੱਕ ਸੰਮੇਲਨ ਉੱਥੇ ਸੱਦ ਲਿਆ। ਦਸੰਬਰ 1955 ਦੇ ਵਿੱਚ ਇੱਕ ਸ਼ਕਤੀ ਪ੍ਰਦਰਸ਼ਨ ਅੰਮ੍ਰਿਤਸਰ ਵਿੱਚ ਵੇਖਣ ਨੂੰ ਮਿਲਿਆ, ਜਿਸ ਵਿੱਚ ਕਿ ਅਕਾਲੀ ਦਲ ਜਾਂ ਅਕਾਲੀ ਕਾਨਫਰੰਸ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਈ ਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਇਸ ਚੀਜ਼ ਨੂੰ ਸਮਝਣਾ ਪਿਆ ਵੀ ਇਹ ਮੰਗ ਜੋ ਕਿ ਪੰਜਾਬੀ ਸੂਬੇ ਲਈ ਹੋ ਰਹੀ ਹੈ, ਉਸ ਦਾ ਆਧਾਰ ਸਿੱਖਾਂ ਅਤੇ ਪੰਜਾਬੀ ਵਸੋਂ ਦੇ ਵਿੱਚ ਕਾਫੀ ਜ਼ਿਆਦਾ ਹੈ। ਪੰਜਾਬ ਕੀ ਹੋਣਾ ਚਾਹੀਦਾ ਹੈ, ਇਸ ਉੱਤੇ ਪੇਚ ਫਸਿਆ ਹੋਇਆ ਸੀ। ਇਸ ਹਾਲਾਤ ਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦਾ ਇੱਕ ਕਰਾਰ, ਇੱਕ ਸਮਝੌਤਾ, ਇੱਕ ਅੰਡਰਸਟੈਂਡਿੰਗ ਬਣੀ। ਸਰਦਾਰ ਹੁਕਮ ਸਿੰਘ ਹੋਣਾ ਦੀ ਮਦਦ ਨਾਲ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਇੱਕ ਰੀਜਨਲ ਫਾਰਮੂਲਾ ਬਣਾਇਆ ਗਿਆ। ਇਹ ਰੀਜਨਲ ਫਾਰਮੂਲਾ ਸੀ ਜਿਸ ਨੇ ਕਿ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ 1955 ਤੋਂ ਲੈਦਾ ਇੱਕ ਹੋਰ ਪੰਜਾਬ ਦੀ ਸਿਰਜਣਾ ਕਰਨੀ ਸੀ ਜਾਂ ਉਸ ਨੂੰ ਤੈਅ ਕਰਨਾ ਸੀ। ਕੀ ਸੀ ਪੰਜਾਬ ਫਾਰਮੂਲਾ ਤੇ ਕਿਉਂ ਇਹ ਪੰਜਾਬ ਫਾਰਮੂਲਾ ਲਾਗੂ ਨਹੀਂ ਹੋ ਪਾਇਆ? ਇਸ ਪੰਜਾਬ ਫਾਰਮੂਲੇ ਦੇ ਵਿੱਚ ਕਮੀ ਕੀ ਸੀ ਤੇ ਇਹ ਕਮੀਆਂ ਅਕਾਲੀ ਲੀਡਰਸ਼ਿਪ ਨੂੰ ਕਿੰਨੀ ਦੇਰ ਬਾਅਦ ਸਮਝ ਆਈਆਂ? ਪੰਜਾਬੀ ਫਾਰਮੂਲੇ ਦੀ ਮੁਖਾਲਫਤ ਅਕਾਲੀਆਂ ਵੱਲੋਂ ਹੋਈ ਜਾਂ ਫਿਰ ਕਿਸੇ ਹੋਰ ਧਿਰ ਵੱਲੋਂ? ਇਸ ਸੀਰੀਜ਼ ਦੇ ਅਗਲੇ ਹਿੱਸੇ ਵਿੱਚ ਇਸ ਚੀਜ਼ ਉੱਤੇ ਚਰਚਾ ਕਰਾਂਗੇ, ਇਸ ਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਾਂਗੇ।